Students, Vaheguru Ji Ka Khalsa, Vaheguru Ji Ki Fateh. Today we are going to discuss about heart. कि what is heart? Heart ਕੀ ਆ? That is an organ of our body. ਕਿ ਸਾਡੀ ਬੋਡੀ ਦਾ ਇੱਕ organ ਆ, ਇੱਕ ਹਿੱਸਾ ਵਾ ਜਿਹੜਾ ਬਲੱਡ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਂ ਕਹਿ ਲਓ ਕਿ ਬੋਡੀ ਦੇ ਸੈਵਰਲ ਵੇਰੀਅਸ ਪਾਰਟਸ ਨੂੰ ਬਲੱਡ ਟਰਾਂਸਪੋਰਟ ਕਰਦਾ ਵਾ ਔਰ ਬਲੱਡ ਦੇ ਨਾਲ ਨਾਲ ਹੋਰ ਸਬਸਟੈਂਸਿਸ ਨੂੰ ਵੀ ਆਪਣੇ ਨਾਲ ਦੂਜੇ ਪਾਰਟਸ ਤੱਕ ਪਹੁੰਚਾਉਂਦਾ ਵਾ। ਉਹਨੇ ਕਿਹਾ ਕਿ ਕੀ ਤੁਸੀਂ ਕਦੀ ਕੋਈ ਇਹੋ ਜਿਹਾ ਪੰਪ ਵੇਖਿਆ ਕਿ ਜਿਹੜਾ ਟਾਇਰਲੈਸਲੀ ਬਿਨਾਂ ਥਕਾਵਟ ਦੇ ਦਿਨ ਰਾਤ ਕੰਮ ਕਰਦਾ ਹੋਵੇ? ਨਹੀਂ, ਇਹੋ ਜਿਹਾ ਕੋਈ ਪੰਪ ਨਹੀਂ ਹੈ ਜਿਹੜਾ ਨਾਨ ਸਟਾਪ ਕੰਮ ਕਰਦਾ ਹੋਵੇ। ਪਰ ਜਿਹੜਾ ਹਾਰਟ ਆ ਉਹ ਇੱਕ ਇਹੋ ਜਿਹਾ ਪੰਪ ਆ, ਇਹੋ ਜਿਹਾ ਨਾਨ ਸਟਾਪ ਪੰਪ ਆ ਜਿਹੜਾ ਦਿਨ ਰਾਤ ਕੰਮ ਕਰਦਾ ਵਾ। ਹੁਣ ਇਹ ਹਾਰਟ ਜਿਹੜਾ ਕਿੱਥੇ ਪ੍ਰੈਜ਼ੈਂਟ ਹੁੰਦਾ ਵਾ? ਦਿਸ ਇਜ਼ ਦਾ ਸ਼ੇਪ ਆਫ ਹਾਰਟ। ਹਾਰਟ ਜਿਹੜਾ ਕਿੱਥੇ ਪ੍ਰੈਜ਼ੈਂਟ ਹੁੰਦਾ? ਇਹ ਸਾਡੀ ਚੈਸਟ ਕੈਵਿਟੀ ਯਾਨੀ ਕਿ ਛਾਤੀ ਦੇ ਵਿੱਚ ਸਿਚੁਏਟਡ ਹੁੰਦਾ ਵਾ, ਪ੍ਰੈਜ਼ੈਂਟ ਹੁੰਦਾ ਵਾ। ਔਰ ਇਹਦਾ ਜਿਹੜਾ ਮਤਲਬ ਲੋਅਰ ਪਾਰਟ ਆ ਨੀਚੇ ਵਾਲਾ ਜਿਹੜਾ ਹਿੱਸਾ ਵਾ ਇਹ ਸਲਾਈਟਲੀ ਟਿਲਟਡ ਟੂਵਰਡਸ ਦਾ ਲੈਫਟ, ਯਾਨੀ ਕਿ ਲੈਫਟ ਪਾਸੇ ਨੂੰ ਥੋੜ੍ਹਾ ਜਿਹਾ ਮਤਲਬ ਲਿਟਲ ਬਿਟ ਲੈਫਟ ਪਾਸੇ ਨੂੰ ਲੈਫਟ ਸਾਈਡ 'ਤੇ ਸਾਡੀ ਬਾਡੀ ਦੇ ਵਿੱਚ ਚੈਸਟ ਕੈਵਿਟੀ ਦੇ ਵਿੱਚ ਪ੍ਰੈਜ਼ੈਂਟ ਹੁੰਦਾ ਵਾ। ਹੁਣ ਇਹਨੇ ਕਿਹਾ ਕਿ ਤੁਸੀਂ ਆਪਣੀਆਂ ਜਿਵੇਂ ਫਿੰਗਰਸ ਨੂੰ ਇਸ ਤਰ੍ਹਾਂ ਹੋਲਡ ਕਰੋ, ਇਸ ਤਰ੍ਹਾਂ ਮਤਲਬ ਕਿ ਮੁੱਠੀ ਬਣਾਓ ਆਪਣੀ ਇੱਕ। ਉਹ ਜਿਹੜਾ ਹਾਰਟ ਆ ਸਾਡਾ ਨੀਅਰ ਅਬਾਊਟ ਉਹਦੇ ਸਾਈਜ਼ ਦਾ ਹੁੰਦਾ, ਜਿੰਨੀ ਸਾਡੀ ਅਸੀਂ ਆਪਣਾ ਹੱਥ ਬੰਦ ਕਰਦੇ ਅਤੇ ਮੁੱਠੀ ਬਣਦੀ ਆ ਉਹਦੇ ਸਾਈਜ਼ ਦਾ ਜਿਹੜਾ ਹਾਰਟ ਆ ਉਹ ਸਾਡੀ ਬਾਡੀ ਦੇ ਵਿੱਚ ਪ੍ਰੈਜ਼ੈਂਟ ਹੁੰਦਾ। ਹੁਣ ਹਾਰਟ ਜਿਹੜਾ ਵਾ ਇਹਦੇ 4 ਚੈਂਬਰਸ ਹੁੰਦੇ ਆ। ਹਾਰਟ ਦੇ ਕਿੰਨੇ ਚੈਂਬਰਸ ਹੁੰਦੇ ਆ? ਹਾਰਟ ਹੈਜ਼ 4 ਚੈਂਬਰਸ। 2 ਏਟਰੀਅਮ ਹੁੰਦੇ ਆ ਅਤੇ 2 ਵੈਂਟਰੀਕਲ, ਯਾਨੀ ਕਿ ਇਹ ਵਾਲਾ ਅਤੇ ਇਹ ਵਾਲਾ। ਦੀਜ਼ ਆਰ ਦਾ 4 ਚੈਂਬਰਸ ਆਫ ਆਵਰ ਹਾਰਟ। ਇਹ ਸਾਡੇ ਹਾਰਟ ਦੇ 4 ਚੈਂਬਰ ਆ। ਇਹ ਲੈਫਟ ਵਾਲਾ ਇਹਨੂੰ ਕੀ ਕਹਿੰਦੇ ਆ? ਏਟਰੀਅਮ। ਔਰ ਜਿਹੜਾ ਇੱਧਰ ਵਾਲਾ ਇਹਨੂੰ ਕੀ ਕਹਿੰਦੇ ਆ? ਰਾਈਟ ਏਟਰੀਅਮ। ਅਤੇ ਨੀਚੇ ਵਾਲੇ 2 ਕੀ ਆ? ਵੈਂਟਰੀਕਲ। ਉਸੇ ਤਰ੍ਹਾਂ ਲੈਫਟ ਵੈਂਟਰੀਕਲ ਅਤੇ ਰਾਈਟ ਵੈਂਟਰੀਕਲ, ਯਾਨੀ ਕਿ 1 2 3 ਅਤੇ 4 ਇਹ ਸਾਡੇ ਹਾਰਟ ਦੇ ਚੈਂਬਰਸ ਆ। ਹੁਣ ਇਹਨਾਂ ਦੇ ਵਿੱਚ ਜਿਹੜਾ ਪਿਓਰ ਅਤੇ ਇੰਪਿਓਰ ਬਲੱਡ ਆ, ਯਾਨੀ ਕਿ ਜਿਹੜਾ ਰੈੱਡ ਵਾਲਾ ਸਾਨੂੰ ਨਜ਼ਰ ਆ ਰਿਹਾ ਇਹ ਪਿਓਰ ਬਲੱਡ ਆ ਕਿ ਆਕਸੀਜਨ ਰਿਚ ਬਲੱਡ ਕਹਿ ਲਓ, ਅਤੇ ਇਹ ਵਾਲਾ ਜਿਹੜਾ ਵਾ ਉਹ ਕਾਰਬਨ ਡਾਈਆਕਸਾਈਡ ਰਿਚ ਬਲੱਡ ਆ। ਹੁਣ ਇਹਨੂੰ ਆਪਸ ਦੇ ਵਿੱਚ ਇਹ ਮਿਕਸ ਨਾ ਹੋ ਜਾਵੇ ਉਹਦੇ ਲਈ ਕੀ ਹੁੰਦਾ ਵਾ ਕਿ ਇੱਕ ਪਾਰਟੀਸ਼ਨ ਬਣੀ ਹੁੰਦੀ ਆ ਦੋਨਾਂ ਪਾਰਟਸ ਮਤਲਬ ਚਾਰੋਂ ਚੈਂਬਰਸ ਦੇ ਵਿਚਕਾਰ। ਪਾਰਟੀਸ਼ਨ ਕੰਪਲੀਟਲੀ ਸੈਪਰੇਟਿੰਗ ਦਾ 2 ਹਾਫਸ, ਕਿ ਜਿਹੜੀ ਇਹ ਪਾਰਟੀਸ਼ਨ ਬਣੀ ਆ ਇਹ ਇਹਨਾਂ ਦੋਨਾਂ ਨੂੰ ਅਲੱਗ ਕਰਦੀ ਹੈ ਚੈਂਬਰਸ ਨੂੰ। ਔਰ ਜਿਹਦੀ ਵਜ੍ਹਾ ਕਰਕੇ ਜਿਹੜਾ ਕਾਰਬਨ ਡਾਈਆਕਸਾਈਡ ਰਿਚ ਬਲੱਡ ਆ ਉਹ ਪਿਓਰ ਬਲੱਡ ਦੇ ਵਿੱਚ ਜਾਂ ਕਹਿ ਲਓ ਆਕਸੀਜਨ ਰਿਚ ਬਲੱਡ ਦੇ ਵਿੱਚ ਨਹੀਂ ਮਿਕਸ ਹੁੰਦਾ। ਇਟ ਮੀਨਸ ਸਾਡੇ ਹਾਰਟ ਦੇ 4 ਚੈਂਬਰਸ ਆ, 2 ਏਟਰੀਅਮ ਲੈਫਟ ਐਂਡ ਰਾਈਟ ਅਤੇ 2 ਵੈਂਟਰੀਕਲਸ ਆ ਲੈਫਟ ਐਂਡ ਰਾਈਟ। ਹੁਣ ਇਹਦੀ ਫੰਕਸ਼ਨਿੰਗ ਦੀ ਅਗਰ ਗੱਲ ਕਰੀਏ ਕਿ ਕਿਵੇਂ ਫੰਕਸ਼ਨ ਕਰਦਾ, ਇਹ ਸਾਡੇ ਸਰਕੂਲੇਟਰੀ ਸਿਸਟਮ ਦਾ ਇੰਪੋਰਟੈਂਟ ਪਾਰਟ ਆ ਔਰ ਬਲੱਡ ਨੂੰ ਸਰਕੂਲੇਟ ਕਰਦਾ ਵਾ। ਹੁਣ ਜਿਵੇਂ ਅਸੀਂ ਫਿਗਰ 11.3 ਦੇ ਵਿੱਚ ਗੱਲ ਕੀਤੀ ਸੀਗੇ ਕਿ ਜਿਹੜਾ ਹਾਰਟ ਆ ਇਹ ਜਿਹੜੇ ਐਰੋਜ਼ ਸ਼ੋ ਕੀਤੇ ਆ ਇਹ ਬਲੱਡ ਦੀ ਸਰਕੂਲੇਸ਼ਨ ਦਿਖਾ ਰਹੇ ਆ ਕਿ ਹਾਰਟ ਤੋਂ ਜਿਹੜਾ ਬਲੱਡ ਆ ਉਹ ਲੰਗਸ ਵਿੱਚ ਜਾਂਦਾ ਵਾ ਅਤੇ ਲੰਗਸ ਤੋਂ ਫਿਰ ਸਾਡੇ ਹਾਰਟ ਵਿੱਚ ਆਉਂਦਾ ਅਤੇ ਹਾਰਟ ਤੋਂ ਫਿਰ ਬਾਕੀ ਦੇ ਸਾਰੇ ਬਾਡੀ ਆਰਗਨਸ ਤੱਕ ਬਲੱਡ ਜਿਹੜਾ ਵਾ ਉਹ ਪਹੁੰਚਦਾ ਵਾ। ਮਤਲਬ ਤੁਹਾਡੇ ਇੱਥੇ ਇਹ ਸਿੰਪਲ ਜੀ ਫੰਕਸ਼ਨਿੰਗ ਦੱਸੀ ਹੋਈ ਆ। ਜਿਹੜਾ ਅੱਗੋਂ ਤੁਸੀਂ ਇਹਦੀ ਵਾਸਟ ਸਟੱਡੀ ਆ ਜਾਂ ਐਕਸਪੈਂਡਡ ਫੋਰਮ ਆ ਇਹਦੀ ਵੀ ਕਿਵੇਂ ਸਾਰਾ ਸਿਸਟਮ ਕੰਮ ਕਰਦਾ ਵਾ ਇਹ ਤੁਸੀਂ ਸੀਨੀਅਰ ਕਲਾਸਿਸ ਦੇ ਵਿੱਚ ਇਹਦੇ ਬਾਰੇ ਪੜ੍ਹੋਗੇ। ਹਾਲ ਦੀ ਘੜੀ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਹਾਰਟ ਦੇ 4 ਚੈਂਬਰਸ ਹੁੰਦੇ ਆ, ਲੈਫਟ ਵੈਂਟਰੀਕਲ ਅਤੇ ਰਾਈਟ ਵੈਂਟਰੀਕਲ, ਲੈਫਟ ਏਟਰੀਅਮ ਅਤੇ ਰਾਈਟ ਏਟਰੀਅਮ। ਹੁਣ ਅਸੀਂ ਗੱਲ ਕਰਦੇ ਹਾਂ ਹਾਰਟ ਬੀਟ ਦੀ। ਹਾਰਟ ਬੀਟ ਦਿਲ ਦੀ ਧੜਕਣ ਜਿਹੜੀ ਆ, ਜਿਵੇਂ ਕਿ ਆਪਾਂ ਗੱਲ ਕੀਤੀ ਕਿ ਜਿਹੜਾ ਸਾਡਾ ਹਾਰਟ ਆ ਉਹਦੀਆਂ ਜਿਹੜੀਆਂ ਵਾਲਸ ਆ, ਯਾਨੀ ਕਿ ਹਾਰਟ ਦੀਆਂ ਜਿਹੜੀਆਂ ਵਾਲਸ ਆ ਦੀਵਾਰਾਂ ਕਹਿ ਲਓ ਕਿ ਉਹ ਕਾਹਦੀਆਂ ਬਣੀਆਂ ਹੁੰਦੀਆਂ? ਮੇਡ ਅਪ ਆਫ ਮਸਲਸ। ਇਹ ਮਸਲ ਜਿਹੜੇ ਆ ਕੰਟਰੈਕਟ ਯਾਨੀ ਕਿ ਸੁੰਗੜਦੇ ਆ ਅਤੇ ਰਿਲੈਕਸ ਹੁੰਦੇ ਆ ਰਿਦਮਿਕਲੀ। ਮਤਲਬ ਇੱਕ ਇਹਨਾਂ ਦੀ ਚਾਲ ਬਣੀ ਹੁੰਦੀ ਆ ਕਿ ਲਗਾਤਾਰ ਇਹ ਕੰਟੀਨਿਊਲੀ ਪਹਿਲਾਂ ਕੰਟਰੈਕਟ ਕਰਦੇ ਆ ਫਿਰ ਰਿਲੈਕਸ ਕਰਦੇ ਆ ਔਰ ਉਹਦੇ ਨਾਲ ਉਹ ਜਿਹੜੀ ਰਿਦਮਿਕ ਕੰਟਰੈਕਸ਼ਨ ਆ ਜਿਹਦੇ ਨਾਲ
ਰਿਲੈਕਸੇਸ਼ਨ ਕੌਂਸਟੀਟਿਊਟ ਏ ਹਾਰਟ ਬੀਟ, ਯਾਨੀ ਕਿ ਉਹਦੀ ਕੰਟਰੈਕਸ਼ਨ ਅਤੇ ਰਿਲੈਕਸੇਸ਼ਨ ਜਿਹੜੀ ਆ ਹਾਰਟ ਦੇ ਮਸਲਸ ਦੀ, ਉਹ ਕੀ ਬਣਾਉਂਦੀ ਆ, ਹਾਰਟ ਬੀਟ। ਜਦੋਂ ਹਾਰਟ ਦੇ ਮਸਲਸ ਕੰਟਰੈਕਟ ਕਰਦੇ ਆ, ਸੁੰਗੜਦੇ ਆ ਅਤੇ ਫਿਰ ਉਹ ਖੁੱਲ੍ਹਦੇ ਆ, ਉਹ ਕੀ ਬਣਾਉਂਦੇ ਆ, ਇੱਕ ਹਾਰਟ ਬੀਟ। ਹੁਣ ਹਾਰਟ ਬੀਟ ਜਿਹੜੀ ਆ ਉਹ ਸਾਡੇ ਹਰ ਮੂਵਮੈਂਟ, ਐਵਰੀ ਮੂਵਮੈਂਟ ਆਫ ਆਵਰ ਲਾਈਫ, ਕਿ ਸਾਡੀ ਲਾਈਫ ਦੀ ਹਰ ਮੂਵਮੈਂਟ 'ਤੇ ਉਹ ਲਗਾਤਾਰ ਚੱਲਦੀ ਰਹਿੰਦੀ। ਯਾਨੀ ਕਿ ਜੇਕਰ ਤੁਸੀਂ ਆਪਣਾ ਹੱਥ ਲੈਫਟ ਸਾਈਡ 'ਤੇ ਆਪਣੀ ਚੈਸਟ 'ਤੇ ਰੱਖੋ ਤਾਂ ਤੁਸੀਂ ਆਪਣੀ ਹਾਰਟ ਬੀਟ ਨੂੰ ਮਹਿਸੂਸ ਕਰ ਸਕਦੇ। ਜਿਹੜੇ ਡਾਕਟਰਸ ਆ ਉਹ ਕੀ ਯੂਜ਼ ਕਰਦੇ ਆ, ਦੇ ਯੂਜ਼ ਸਟੈਥੋਸਕੋਪ। ਇਹਨੂੰ ਇੰਸਟਰੂਮੈਂਟ ਨੂੰ ਕੀ ਕਹਿੰਦੇ ਆ, ਸਟੈਥੋਸਕੋਪ। ਇਹਦਾ ਇਹ ਵਾਲਾ ਸਾਈਡ ਚੈਸਟ ਪੀਸ ਹੁੰਦੀ ਆ ਅਤੇ ਇਹ ਵਾਲੇ 2 ਈਅਰ ਪੀਸ ਹੁੰਦੇ ਆ। ਇਹਨੂੰ ਡਾਕਟਰ ਕੰਨਾਂ ਦੇ ਵਿੱਚ ਲਗਾ ਕੇ ਚੈਸਟ ਪੀਸ ਨੂੰ ਤੁਹਾਡੀ ਚੈਸਟ ਦੇ ਉੱਪਰ ਰੱਖੇਗਾ ਅਤੇ ਉਹਦੇ ਨਾਲ ਜਿਹੜੀ ਇਹਦੀ ਕੰਟਰੈਕਸ਼ਨ ਅਤੇ ਰਿਲੈਕਸੇਸ਼ਨ ਆ ਹਾਰਟ ਦੀ, ਉਹਦੇ ਨਾਲ ਤੁਹਾਡੀ ਹਾਰਟ ਬੀਟ ਜਿਹੜੀ ਆ ਉਹਨੂੰ ਨੋਟ ਕਰਦਾ। ਇੱਕ ਯਾਨੀ ਕਿ ਨੋਰਮਲ ਰੇਂਜ ਜਿਹੜੀ ਹਾਰਟ ਬੀਟ ਦੀ ਹੁੰਦੀ ਆ ਨੋਰਮਲ ਪਰਸਨ ਦੇ ਵਿੱਚ, ਦੈਟ ਇਜ਼ ਫਰੋਮ 60 ਬੀਟਸ ਟੂ 100, ਯਾਨੀ ਕਿ 60 ਤੋਂ 100 ਦੇ ਵਿੱਚ ਜਿਹੜੀ ਨੋਰਮਲ ਬੰਦੇ ਦੀ ਜਿਹੜੀ ਹਾਰਟ ਬੀਟ ਆ ਉਹ ਮੈਜ਼ਰ ਕੀਤੀ ਜਾਂਦੀ ਆ। ਜੇਕਰ ਅਸੀਂ ਜ਼ਿਆਦਾ ਦੌੜਦੇ ਹਾਂ, ਜ਼ਿਆਦਾ ਕੋਈ ਐਕਸਰਸਾਈਜ਼ ਕਰਦੇ ਹਾਂ, ਅਤੇ ਉਹਦੇ ਨਾਲ ਜਿਹੜੀ ਸਾਡੀ ਹਾਰਟ ਬੀਟ ਆ ਉਹ ਵੀ ਤੇਜ਼ ਹੋ ਜਾਂਦੀ ਆ। ਹੁਣ ਉਹਨੇ ਕਿਹਾ ਕਿ ਐਕਟੀਵਿਟੀ ਦੱਸੀ ਹੋਈ ਆ ਸਟੈਥੋਸਕੋਪ ਘਰ ਬਣਾਉਣ ਦੇ ਲਈ। ਕੀ ਕਰਾਂਗੇ ਕਿ ਵੀ ਆਪਾਂ ਇੱਕ ਫਨਲ ਲੈ ਲਈ, ਮੰਨ ਲਓ ਫਨਲ ਦੇ ਅੱਗੇ ਆਪਾਂ ਉਹ ਇੱਕ ਬੈਲੂਨ ਲਗਾ ਦਾਂਗੇ ਜਾਂ ਰਬੜ ਸ਼ੀਟ ਲਗਾ ਦਾਂਗੇ ਅਤੇ ਉਹਦੇ ਜਿਹੜਾ ਦੂਸਰਾ ਪਾਸਾ ਉਹਦੇ ਵੱਲ ਆਪਾਂ ਇੱਕ ਟਿਊਬ ਲਗਾ ਦਾਂਗੇ। ਹੁਣ ਇਹ ਤੁਹਾਡਾ ਕੀ ਬਣ ਗਿਆ ਘਰ ਦੇ ਵਿੱਚ, ਸਟੈਥੋਸਕੋਪ। ਇਹਦੇ ਨਾਲ ਵੀ ਅਗਰ ਆਪਾਂ ਇਹ ਵਾਲਾ ਚੈਸਟ ਪੀਸ ਅਸੀਂ ਬਣਾਇਆ ਵਾ ਫਨਲ ਦੇ ਨਾਲ, ਜਿਹੜਾ ਉੱਪਰ ਬੈਲੂਨ ਲਗਾ ਕੇ ਉਹਨੂੰ ਅਸੀਂ ਆਪਣੀ ਚੈਸਟ ਦੇ ਉੱਪਰ ਰੱਖਾਂਗੇ ਅਤੇ ਦੂਜਾ ਜਿਹੜਾ ਉਹਦਾ ਸਿਰਾ ਵਾ ਉਹਨੂੰ ਅਸੀਂ ਆਪਣੇ ਕੰਨ ਦੇ ਕੋਲ ਲੈ ਕੇ ਜਾਵਾਂਗੇ ਅਤੇ ਸਾਨੂੰ ਸਾਡੇ ਦਿਲ ਦੀ ਜਿਹੜੀ ਬੀਟ ਆ, ਧੜਕਣ ਆ, ਉਹ ਸੁਣਾਈ ਦਿੰਦੀ ਆ। ਨਾਓ ਕਿ ਜਿਹੜੀ ਰਿਦਮਿਕ ਬੀਟਿੰਗ ਆ ਵੇਰੀਅਸ ਚੈਂਬਰਸ ਦੀ, ਯਾਨੀ ਕਿ ਹਾਰਟ ਦੇ ਜਿਵੇਂ ਆਪਾਂ ਗੱਲ ਕੀਤੀ ਕਿ 4 ਚੈਂਬਰ ਹੁੰਦੇ ਆ, ਉਹਨਾਂ ਦੀ ਜਿਹੜੀ ਲਗਾਤਾਰ ਇੱਕ ਰਿਦਮ ਦੇ ਵਿੱਚ ਉਹ ਧੜਕਦੇ ਆ, ਬੀਟ ਕਰਦੇ ਆ, ਅਤੇ ਉਹ ਕਿਹਨੂੰ ਮੇਨਟੇਨ ਕਰਦੇ ਆ, ਮੇਨਟੇਨ ਸਰਕੂਲੇਸ਼ਨ ਆਫ ਬਲੱਡ ਐਂਡ ਟਰਾਂਸਪੋਰਟ ਆਫ ਸਬਸਟਾਂਸਿਸ ਟੂ ਦਾ ਡਿਫਰੈਂਟ ਪਾਰਟਸ ਆਫ ਦਾ ਬਾਡੀ, ਯਾਨੀ ਕਿ ਬਲੱਡ ਦੀ ਸਰਕੂਲੇਸ਼ਨ ਨੂੰ ਮੇਨਟੇਨ ਕਰਦੇ ਆ ਅਤੇ ਹੋਰ ਸਬਸਟਾਂਸਿਸ ਨੂੰ ਅਲੱਗ-ਅਲੱਗ ਬਾਡੀ ਪਾਰਟਸ ਤੱਕ ਪਹੁੰਚਾਉਂਦੇ ਆ। ਕੌਣ, ਹਾਰਟ ਬੀਟ, ਯਾਨੀ ਕਿ ਜਿਹੜੀ ਰਿਦਮਿਕ ਬੀਟਿੰਗ ਆ ਸਾਡੇ ਚੈਂਬਰਸ ਦੀ, ਉਹ ਪਹੁੰਚਾਉਣ ਦੇ ਵਿੱਚ ਮਦਦ ਕਰਦੀ ਆ। ਉਹਨਾਂ ਨੇ ਕਿਹਾ ਕਿ ਬੂਜੋ ਜਿਹੜਾ ਵਾ ਉਹ ਸੋਚਦਾ ਕਿ ਜਿਹੜੇ ਸਪੌਂਜਿਸ ਆ, ਹਾਈਡਰਾ, ਇਹ ਵੀ ਐਨੀਮਲਸ ਆ, ਯੂਨੀਸੈਲੂਲਰ ਐਨੀਮਲਸ ਦੇ ਵਿੱਚ ਆ ਜਾਂਦੇ ਆ। ਉਹਨੇ ਕਿਹਾ ਕਿ ਇਹਨਾਂ ਐਨੀਮਲਸ ਦੇ ਵਿੱਚ ਵੀ ਸਰਕੂਲੇਟਰੀ ਸਿਸਟਮ ਹੁੰਦਾ ਵਾ, ਅਤੇ ਇਹ ਜਿਹੜੇ ਐਨੀਮਲਸ ਆ, ਸਪੌਂਜਿਸ ਜਾਂ ਹਾਈਡਰਾ, ਯੂਨੀਸੈਲੂਲਰ, ਇਹਨਾਂ ਦੇ ਵਿੱਚ ਕੋਈ ਵੀ ਸਰਕੂਲੇਟਰੀ ਸਿਸਟਮ ਨਹੀਂ ਹੁੰਦਾ। ਫਿਰ ਇਹ ਕਿੱਥੋਂ ਲੈਂਦੇ ਆ ਆਪਣਾ ਭੋਜਨ ਜਾਂ ਆਕਸੀਜਨ? ਇਹ ਪਾਣੀ ਦੇ ਵਿੱਚੋਂ ਹੀ ਭੋਜਨ ਅਤੇ ਆਕਸੀਜਨ ਦੀ ਪੂਰਤੀ ਕਰਦੇ ਆ। ਥੈਂਕ ਯੂ।